मणिपुर एक ऐसी खूबसूरत था जो कि हुण हिंसा दे करके पूरी तरह बदनाम हो चुकी है। पूरी तरह इसकी जिहड़ी खूबसूरती है वो बर्बाद हो चुकी है। ਤੇ ਮਸਲੇ ਤਾਂ ਚਲੋ ਜਿਹੜੇ ਆ ਗੱਲਾਂ ਬਾਤਾਂ ਦੇ ਨਾਲ ਹੱਲ ਹੋ ਜਾਂਦੇ ਨੇ, ਪਰ ਜਿਸ ਤਰ੍ਹਾਂ ਦਾ ਕੇਂਦਰ ਸਰਕਾਰ ਨੇ ਤੇ ਉੱਥੋਂ ਦੀ ਸਰਕਾਰ ਨੇ ਜਿਹੜਾ ਰਵੱਈਆ ਅਪਣਾਇਆ ਹੋਇਆ ਉਹ ਬਹੁਤ ਖਤਰਨਾਕ ਆ। ਜਿਸ ਪਾਸੇ ਨੂੰ ਹਾਲਾਤ ਜਾ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਜਿਹੜੇ ਵਿਗੜ ਵੀ ਸਕਦੇ ਨੇ। मणिपुर के मौजूदा हालात कि दोबारा तो मणिपुर की वो जी खूबसूरती है दोबारा तो वापस आ सकती है, जिसके करके कई सारे देशों विदेशों तो जो टूरिस्ट सन इत्थे मणिपुर पहुंचते सन। कि मीडिया भाईचारे ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵੱਲੋਂ ਆਪ ਇੱਕ 18 ਸਾਲਾਂ ਦੀ ਕੁੜੀ ਨੂੰ ਅਗਵਾ ਕੀਤਾ ਜਾਂਦਾ ਹੈ, ਉਸ ਦੇ ਨਾਲ ਐਸੇ ਬੱਤਰ ਹਾਲਾਤ ਕੀਤੇ ਜਾਂਦੇ ਨੇ, ਬਲਾਤਕਾਰ ਤੱਕ ਕਰਵਾਇਆ ਜਾਂਦਾ ਹੈ, ਗੈਂਗ ਰੇਪ ਕਰਵਾਇਆ ਜਾਂਦਾ ਉਸ ਦੇ ਨਾਲ, ਤੇ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਉਸ ਬੱਚੀ ਦੀ ਜਾਨ ਬਚ ਜਾਂਦੀ ਹੈ। ਮੈਂ 18 ਸਾਲ ਉਸ ਕੁੜੀ ਦੀ ਉਮਰ ਦੱਸੀ ਜਾ ਰਹੀ ਹੈ। ऐसिया घटनावां दे विच औरतां दी ही भागीदारी होना, सिर्फ एक अनुसूचित जनजाति के अधिकार के लिए ऐसी मांग करना किस हद तक सही लगता है? सत श्री अकाल टीवी NRI देख रहे हो तुसी ते मैं हां अंजलि। लोक आवाज़ दे विच अक्सर भखदे होए मुद्दियां ते गलबात करदे हां तां इस वेले भारत दा सब तो भखदा मुद्दा मणिपुर एक ऐसी खूबसूरत थां जो कि हुण हिंसा दे करके पूरी तरह बदनाम हो चुकी है। पूरी तरह इसकी जिहड़ी खूबसूरती है वो बर्बाद हो चुकी है। इस ही मुद्दे ते अज गलबात करांगे कि आखिरकार मणिपुर दे विच होई इस हिंसा दा कारण की है ते हुण जो ऐसे बद तो बदतर हालात होए पे ने हिंसा दे उन्हां दे पिछे वजह की है। इस दे लई साडे नाल गलबात करन दे लई स्टूडियो दे विच मौजूद ने संतोख सिंह पन्नू जी। सर बहुत बहुत स्वागत है। बहुत बहुत धन्यवाद जी। सर सब तो पहला सवाल तो तुहाडे कोलों यही है कि आखिरकार मणिपुर दे विच इन्नी जो हिंसक घटनावां वापर चुकियां ने उन्हां दे पिछे कारण की रहा है ते ऐसे हुण बदतर हालातां दी वजह की है? ਕਾਰਨ ਤਾਂ ਵੇਖੋ ਜੀ, ਦੋ ਜਿਹੜੇ ਫਿਰਕੇ ਨੇ, ਇੱਕ ਘੱਟ ਗਿਣਤੀ ਦੇ ਵਿੱਚ ਆ ਤੇ ਇੱਕ ਬਹੁ ਗਿਣਤੀ ਦੇ ਵਿੱਚ ਆ। ਤੇ ਜਦੋਂ ਸਮੇਂ ਸਿਰ ਜਦੋਂ ਮੰਗਾਂ ਉੱਠਦੀਆਂ ਨੇ ਤੇ ਉਹਨਾਂ ਦੇ ਵੱਲ ਕਈ ਵਾਰ ਧਿਆਨ ਨਹੀਂ ਦਿੱਤਾ ਜਾਂਦਾ। ਜਿਹੜੇ ਕਬੀਲੀ ਲੋਕ ਨੇ ਉਹਨਾਂ ਨੂੰ ਕਾਫੀ ਅਧਿਕਾਰ ਮਿਲੇ ਹੋਏ ਨੇ ਤੇ ਜਿਹੜੀ ਬਹੁ ਗਿਣਤੀ ਫਿਰਕਾ ਹੈ ਉਹ ਵੀ ਇਹੀ ਮੰਗ ਕਰ ਰਿਹਾ ਕਿ ਉਹਨਾਂ ਵਾਲੇ ਅਧਿਕਾਰ ਸਾਨੂੰ ਦਿੱਤੇ ਜਾਣ, ਕਿਉਂਕਿ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਆਦਿਵਾਸੀ ਨੇ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਨੇ ਤੇ ਇੱਥੋਂ ਹੀ ਇਹਨਾਂ ਦੀ ਜਿਹੜੀ ਆ ਲੜਾਈ ਝਗੜਾ ਵਾ ਸ਼ੁਰੂ ਹੁੰਦਾ ਵਾ। ਪਰ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਲੜਾਈ ਝਗੜੇ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਅਵੇਸਲੇ ਰਹੇ ਨੇ, ਉਹ ਸਭ ਤੋਂ ਵੱਡਾ ਜਿਹੜਾ ਮਸਲਾ ਵਾ। ਇਸ ਵੇਲੇ ਪਾਰਲੀਮੈਂਟ ਦੇ ਵਿੱਚ ਵੀ ਇਹੀ ਬਹਿਸ ਚੱਲ ਰਹੀ ਆ। ਹਰੇਕ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜੋ ਮਣੀਪੁਰ ਦੇ ਵਿੱਚ ਹਿੰਸਾ ਹੋਈ ਆ ਉਹਦੇ ਨਾਲ ਜਿਹੜਾ ਦੇਸ਼ ਦਾ ਸਿਰ ਆ ਨੀਵਾਂ ਹੋਇਆ, ਕਿਉਂਕਿ ਜਿਹੜੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਦੋਂ ਤੇ ਨਾਲੇ ਸ਼ਰੇਆਮ ਇੱਕ ਤਾਂ ਹੁੰਦਾ ਵੀ ਕਿਤੇ ਲੁਕਵੀਂ ਛਿਪਵੀਂ ਕਿਸੇ ਨੇ ਕੋਈ ਘਟਨਾ ਵਾਪਰ ਗਈ ਤੇ ਔਰਤਾਂ ਦਾ ਜਦੋਂ ਬਰਾਬਰ ਦਾ ਰੁਤਬਾ ਵਾ, ਫਿਰ ਅਜਿਹੀਆਂ ਘਟਨਾਵਾਂ ਇੱਕ ਆਜ਼ਾਦ ਦੇਸ਼ ਦੇ ਵਿੱਚ ਹੋਣੀਆਂ ਬੜੀਆਂ ਸ਼ਰਮਨਾਕ ਆ। ਤੇ ਮਸਲੇ ਤਾਂ ਚਲੋ ਜਿਹੜੇ ਆ ਗੱਲਾਂ ਬਾਤਾਂ ਦੇ ਨਾਲ ਹੱਲ ਹੋ ਜਾਂਦੇ ਨੇ, ਪਰ ਜਿਸ ਤਰ੍ਹਾਂ ਦਾ ਕੇਂਦਰ ਸਰਕਾਰ ਨੇ ਤੇ ਉੱਥੋਂ ਦੀ ਸਰਕਾਰ ਨੇ ਜਿਹੜਾ ਰਵੱਈਆ ਅਪਣਾਇਆ ਹੋਇਆ ਉਹ ਬਹੁਤ ਖਤਰਨਾਕ ਆ। ਜਿਸ ਪਾਸੇ ਨੂੰ ਹਾਲਾਤ ਜਾ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਜਿਹੜੇ ਵਿਗੜ ਵੀ ਸਕਦੇ ਨੇ, ਇਸ ਤੋਂ ਵੀ ਬਦਤਰ ਹੋ ਸਕਦੇ ਨੇ। ਠੀਕ ਆ ਕਿ ਹਜੇ ਹਾਲਾਤ ਉੱਤੇ ਕਾਬੂ ਹੇਠ ਨੇ, ਉਹ ਤਾਂ ਸਰਕਾਰਾਂ ਦਾ ਜਿਸ ਤੋਂ ਇਹ ਘਟਨਾਵਾਂ ਸ਼ੁਰੂ ਹੋਈਆਂ ਨੇ ਉਸ ਦਿਨ ਤੋਂ ਹੀ ਉਹਨੇ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ। ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ ਉਹ ਬਹੁਤ ਸ਼ਰਮਨਾਕ ਨੇ ਜੀ। 3 ਮਈ ਨੂੰ ਇਹ ਹਿੰਸਾ ਜਿਹੜੀ ਹੈ ਸ਼ੁਰੂ ਹੁੰਦੀ ਹੈ ਮੀਡੀਆ ਤੇ ਕੂਕੀ ਭਾਈਚਾਰੇ ਦੇ ਵਿੱਚ। ਆਪਸੀ ਜਿਹੜਾ ਹੈ ਬਹੁਮਤ ਜਿਹੜੀ ਗਿਣਤੀ ਹੈ ਉਹਨਾਂ ਦੀਆਂ ਕੁਝ ਮੰਗਾਂ ਹੁੰਦੀਆਂ ਨੇ, ਉਸੇ ਦੇ ਚਲਦਿਆਂ ਬਹਿਸ ਬਸਈਆ ਹੁੰਦਾ। ਬਾਅਦ ਦੇ ਵਿੱਚ ਇੰਨੀ ਹਿੰਸਕ ਝੜਪ ਹੋ ਜਾਂਦੀ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਬੇਘਰ ਹੋਣਾ ਪੈ ਜਾਂਦਾ ਹੈ। ਸੋ ਹੁਣ ਦੀ ਗੱਲ ਕਰਾਂਗੇ ਕਿ ਜੋ ਮਣੀਪੁਰ ਦੇ ਮੌਜੂਦਾ ਹਾਲਾਤ ਨੇ ਕਿ ਦੁਬਾਰਾ ਤੋਂ ਮਣੀਪੁਰ ਦੀ ਉਹ ਜਿਹੜੀ ਖੂਬਸੂਰਤੀ ਹੈ ਦੁਬਾਰਾ ਤੋਂ ਵਾਪਸ ਆ ਸਕਦੀ ਹੈ, ਜਿਸ ਦੇ ਕਰਕੇ ਕਈ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਜੋ ਟੂਰਿਸਟ ਸਨ ਇੱਥੇ ਮਣੀਪੁਰ ਪਹੁੰਚਦੇ ਸਨ। ਹਾਂ, ਜੇ ਸਰਕਾਰ ਚਾਹੇ ਤਾਂ ਬੜਾ ਹੋ ਸਕਦਾ ਵਾ, ਕਿਉਂ ਨਹੀਂ ਹੋ ਸਕਦਾ।
ਜਿਨ੍ਹਾਂ ਦੇ ਨਾਲ ਅਨਿਆਂ ਹੋਇਆ ਜੇ ਉਹਨਾਂ ਨੂੰ ਇਨਸਾਫ ਮਿਲ ਜਾਵੇ ਤੇ। ਪਰ ਗੱਲ ਫਿਰ ਇਨਸਾਫ ਤੇ ਆ ਪਾਉਂਦੀ ਆ ਜਦੋਂ ਇਸ ਤਰ੍ਹਾਂ ਦਾ ਔਰਤਾਂ ਦੇ ਨਾਲ ਹੋਣਾ, ਇੱਕ ਪੁਲਿਸ ਦੇ ਕੋਲੋਂ ਬੰਦਿਆਂ ਨਾਲ ਲੈ ਕੇ ਜਾਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਆ। ਜੇ ਉੱਥੇ ਕਿਤੇ ਪ੍ਰਸ਼ਾਸਨ ਦੀ ਮੌਜੂਦਗੀ ਨਾ ਹੁੰਦੀ, ਪੁਲਿਸ ਦੀ ਮੌਜੂਦਗੀ ਨਾ ਹੁੰਦੀ, ਫਿਰ ਕੋਈ ਘਟਨਾ ਵਾਪਰ ਜਾਣੀ। ਤੇ ਦੂਸਰੀ ਗੱਲ ਆ ਵੀ ਉੱਥੇ ਕੋਈ ਵੀ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣ ਵਾਸਤੇ ਨਹੀਂ ਆਇਆ। ਜਦੋਂ 47 ਦੇ ਵਿੱਚ ਦੇਸ਼ ਦੀ ਪੰਜਾਬ ਦੀ ਵੰਡ ਹੋਈ ਆ, ਉਦੋਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ। ਇੱਕ ਦੂਜੇ ਫਿਰਕਿਆਂ ਨੇ ਇਸ ਤਰ੍ਹਾਂ ਕੀਤਾ ਹੋਇਆ, ਇੱਕ ਦੂਜੇ ਫਿਰਕਿਆਂ ਦੀਆਂ ਜਿਹੜੀਆਂ ਔਰਤਾਂ ਵਾ ਨਿਰਵਸਤਰ ਕੀਤਾ, ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਪੰਜਾਬ ਦੀ ਵਿਰਾਸਤ ਇਹੋ ਹੀ ਜੋ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ ਆਏ ਆ ਵੀ ਅਜਿਹੀ ਘਟਨਾ ਇੱਕ ਅੰਮ੍ਰਿਤਸਰ ਦੇ ਵਿੱਚ ਵੀ ਵਾਪਰੀ ਸੀਗੀ ਵੀ ਮੁਸਲਮਾਨ ਔਰਤਾਂ ਦੇ ਨਾਲ ਕੁਝ ਇਸ ਤਰ੍ਹਾਂ ਦਾ ਵਾਪਰ ਰਿਹਾ ਸੀਗਾ। ਤੇ ਜਿਹੜੀਆਂ ਸਿੱਖ ਔਰਤਾਂ ਸੀਗੀਆਂ ਉਹ ਉਸੇ ਵੇਲੇ ਅੱਗੇ ਆ ਗਈਆਂ ਕਿ ਅਸੀਂ ਇਸ ਤਰ੍ਹਾਂ ਦਾ ਨਹੀਂ ਹੋਣ ਦੇਵਾਂਗੀਆਂ। ਪਰ ਮਨੀਪੁਰ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਜਿਹੜੀ ਸਾਹਮਣੇ ਨਹੀਂ ਆਈ ਵੀ ਜਿਹੜਾ ਅਨਿਆਂ ਹੋ ਰਿਹਾ ਉਸ ਨੂੰ ਰੋਕਣ ਵਾਸਤੇ ਕੋਈ ਨਾ ਕੋਈ ਤਾਂ ਅੱਗੇ ਆਵੇ। ਤੇ ਜਦੋਂ ਸਾਰੀਆਂ ਅਣਖਾਂ ਮਿਟ ਜਾਂਦੀਆਂ ਨੇ, ਸ਼ਰਮ ਹਜ਼ਾ ਮਿਟ ਜਾਂਦੀ ਆ, ਤਾਂ ਉਹ ਦੇਸ਼ ਦੇ ਵਾਸਤੇ ਜਿਹੜੀਆਂ ਅਜਿਹੀਆਂ ਘਟਨਾਵਾਂ ਨੇ ਉਹ ਬੜਾ ਵੱਡਾ ਕਲੰਕ ਹੋ ਨਿਬੜਦਾ ਵਾ। ਇਹ ਘਟਨਾਵਾਂ ਤਾਂ ਸਾਹਮਣੇ ਨਹੀਂ ਆਈਆਂ, ਜੇ ਉਹਨਾਂ ਦਿਨਾਂ ਦੇ ਵਿੱਚ ਇਹ ਬਿਲਕੁਲ ਸਾਹਮਣੇ ਆ ਜਾਂਦੀਆਂ ਤੇ ਹੋ ਸਕਦਾ ਵੀ ਉੱਥੇ ਇਦੋਂ ਵੀ ਵੱਡੇ ਫਸਾਦ ਹੋ ਜਾਂਦੇ। ਉਹ ਇੰਟਰਨੈਟ ਤੇ ਪਾਬੰਦੀ ਲੱਗੀ ਸੀ, ਇਸ ਕਰਕੇ ਜਿਹੜੀਆਂ ਉਦੋਂ ਇਹ ਜਿਹੜੀਆਂ ਤਸਵੀਰਾਂ ਨੇ, ਇਹ ਵੀਡੀਓ ਨੇ, ਉਹ ਸਾਹਮਣੇ ਨਹੀਂ ਆਈਆਂ। ਤੇ ਜੇ ਉਸ ਟਾਈਮ ਤੇ ਆ ਜਾਂਦੀਆਂ ਤੇ ਬਹੁਤ ਵੱਡਾ ਜਿਹੜਾ ਇੱਕ ਦੇਸ਼ ਦੇ ਵਿੱਚ ਖਲਾਰਾ ਵੀ ਪੈ ਸਕਦਾ ਸੀ। ਉਸ ਸਮੇਂ ਦੀਆਂ ਔਰਤਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਮੀਤੀਆ ਭਾਈਚਾਰੇ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵੱਲੋਂ ਆਪ ਇੱਕ 18 ਸਾਲਾਂ ਦੀ ਕੁੜੀ ਨੂੰ ਅਗਵਾ ਕੀਤਾ ਜਾਂਦਾ ਹੈ, ਉਸ ਦੇ ਨਾਲ ਐਸੇ ਬੱਤਰ ਹਾਲਾਤ ਕੀਤੇ ਜਾਂਦੇ ਨੇ, ਬਲਾਤਕਾਰ ਤੱਕ ਕਰਵਾਇਆ ਜਾਂਦਾ ਹੈ, ਗੈਂਗਰੇਪ ਕਰਵਾਇਆ ਜਾਂਦਾ ਉਸ ਦੇ ਨਾਲ, ਤੇ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਉਸ ਬੱਚੀ ਦੀ ਜਾਨ ਬਚ ਜਾਂਦੀ ਹੈ। ਮੈਂ 18 ਸਾਲ ਉਸ ਕੁੜੀ ਦੀ ਉਮਰ ਦੱਸੀ ਜਾ ਰਹੀ ਹੈ। ਐਸੀਆਂ ਘਟਨਾਵਾਂ ਦੇ ਵਿੱਚ ਔਰਤਾਂ ਦੀ ਹੀ ਭਾਗੀਦਾਰੀ ਹੋਣਾ, ਸਿਰਫ ਇੱਕ ਅਨੁਸੂਚਿਤ ਜਨਜਾਤੀ ਦੇ ਅਧਿਕਾਰ ਦੇ ਲਈ ਐਸੀ ਮੰਗ ਕਰਨਾ ਕਿਸ ਹੱਦ ਤੱਕ ਸਹੀ ਲੱਗਦਾ ਕਿ ਜਿਹੜੇ ਪਹਿਲਾਂ ਤੋਂ ਹੀ ਅਧਿਕਾਰ ਮਿਲੇ ਹੋਏ ਨੇ ਉਹਨਾਂ ਦੇ ਉੱਤੋਂ ਵੀ ਤੁਹਾਨੂੰ ਹੋਰ ਅਧਿਕਾਰ ਚਾਹੀਦੇ ਨੇ? ਦੇਖੋ ਜੀ, ਜਿਹੜੀ ਨਫ਼ਰਤ ਦੀ ਅੱਗ ਆ ਨਾ, ਉਹ ਇਨਸਾਨ ਨੂੰ ਕਿਸੇ ਵੀ ਹੱਦ ਤੱਕ ਲੈ ਕੇ ਜਾ ਸਕਦੀ ਆ। ਜਿਹੜੀਆਂ ਔਰਤਾਂ ਨੇ ਇਹ ਜਿਹੜੀ ਹਰਕਤ ਕੀਤੀ ਆ, ਇਹ ਵੀ ਇਹਦੇ ਵਿੱਚੋਂ ਹੀ ਸਾਰਾ ਜਿਹੜਾ ਵਾ ਗੁੱਸਾ ਵਾ ਝਲਕਦਾ ਵਾ ਵੀ ਔਰਤਾਂ ਵੀ ਉਸ ਦੇ ਵਿੱਚ ਭਾਈਵਾਲ ਸੀ। ਉਹੀ ਤਾਂ ਮੈਂ ਪਹਿਲਾਂ ਗੱਲ ਜਿਹੜੀ ਕੀਤੀ ਆ ਵੀ ਜੇ ਉੱਥੋਂ ਦੀਆਂ ਔਰਤਾਂ ਹੀ ਅੱਗੇ ਹੋ ਕੇ ਖੜ ਜਾਂਦੀਆਂ, ਜਿਹੜਾ ਬਹੁ ਗਿਣਤੀ ਭਾਈਚਾਰਾ ਸੀ ਵੀ ਅਸੀਂ ਘੱਟ ਗਿਣਤੀ ਦੀਆਂ ਔਰਤਾਂ ਦੇ ਨਾਲ ਇਹ ਹਾਲਾਤ ਨਹੀਂ ਹੋਣ ਦੇਣੇ, ਕੁਝ ਔਰਤਾਂ ਵੀ ਉੱਥੇ ਡਟ ਕੇ ਮੈਦਾਨ ਦੇ ਵਿੱਚ ਆ ਜਾਂਦੀਆਂ ਤਾਂ ਇਹ ਹਾਲਾਤ ਨਹੀਂ ਸੀ ਹੋਣੇ। ਤੇ ਇਹ ਬੜੀ ਦੇਸ਼ ਵਾਸਤੇ ਸ਼ਰਮ ਵਾਲੀ ਗੱਲ ਆ ਵੀ ਜਦੋਂ ਔਰਤਾਂ ਵੀ ਇਹਨਾਂ ਗੱਲਾਂ ਦੇ ਵਿੱਚ ਭਾਗੀਦਾਰ ਜਿਹੜੀਆਂ ਬਣ ਜਾਂਦੀਆਂ ਨੇ। ਜਦੋਂ ਆਪਾਂ ਸਮਾਜ ਦੇ ਵਿੱਚ ਹੋਰ ਵੀ ਕਈ ਵਾਰ ਘਟਨਾਵਾਂ ਵਾਪਰਦੀਆਂ ਨੇ ਤੇ ਉਦੋਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਦੇ ਪਿੱਛੇ ਕੋਈ ਨਾ ਕੁਝ ਔਰਤਾਂ ਜਿਹੜੀਆਂ ਮਿਲੀਆਂ ਹੁੰਦੀਆਂ ਨੇ। ਇਹ ਜਿਹੜੀ ਮਾਨਸਿਕਤਾ ਇਨਸਾਨ ਦੀ ਆ ਉਹ ਬੜੇ ਨਿਵਾਨ ਵੱਲ ਜਾ ਰਹੀ ਆ। ਅੱਗੇ ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀਗਾ ਵੀ ਸਾਡਾ ਸਮਾਜ ਪੜ੍ਹਿਆ ਲਿਖਿਆ ਨਹੀਂ ਗਾ, ਇਹ ਪੂਰਾ ਸੱਭਿਅਤ ਨਹੀਂ ਗਾ, ਇਸ ਕਰਕੇ ਜਿਹੜੀਆਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ। ਪਰ ਅੱਜ ਦੇ ਯੁੱਗ ਵਿੱਚ ਜੇ ਸਾਰੀ ਦੁਨੀਆ ਦੇ ਮੈਂ ਕਹਿੰਦਾ ਨਿਗਾਹ ਮਾਰ ਲਈ ਜਾਵੇ ਤੇ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਨੇ। ਇਹ ਜ਼ਰੂਰ ਸਾਡੇ ਸਮਾਜ ਨੂੰ ਵੀ, ਸਾਡੀਆਂ ਸਰਕਾਰਾਂ ਨੂੰ ਵੀ ਸੋਚਣਾ ਪਊਗਾ ਕਿ ਸਾਡਾ ਸਮਾਜ ਕਿਉਂ ਜਿਹੜਾ ਨਿਘਾਰ ਦੇ ਵੱਲ ਜਾ ਰਿਹਾ ਵਾ। ਅਜਿਹੀਆਂ ਘਟਨਾਵਾਂ ਜੇ ਕਿਤੇ ਵਾਪਰਦੀਆਂ ਨੇ ਤੇ ਜੇ ਸਮਾਜ ਦਾ ਇੱਕ ਹਿੱਸਾ ਡਟ ਕੇ ਸਾਹਮਣੇ ਖੜ ਜਾਵੇ ਵੀ ਅਸੀਂ ਇਹ ਗੱਲਾਂ ਬਾਤਾਂ ਨਹੀਂ ਹੋਣ ਦੇਣੀਆਂ, ਤਾਂ ਸਮਾਜ ਦੇ ਵਿੱਚ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਨਹੀਂ ਵਾਪਰਨਗੀਆਂ। ਪਰ ਹੁਣ ਵੀ ਜੇ ਉਹਨਾਂ ਨੂੰ ਇਨਸਾਫ ਮਿਲਦਾ ਵਾ, ਭਾਵੇਂ ਠੀਕ ਆ ਸਰਕਾਰ ਨੇ ਜਿਹੜੇ ਦੋਸ਼ੀ ਕੋ ਜਾਂ ਗ੍ਰਿਫਤਾਰ ਕਰ ਲਿਆ, ਪਰ ਇੰਨਾ ਲੰਬਾ ਸਮਾਂ ਸਰਕਾਰਾਂ ਦਾ ਚੁੱਪ ਰਹਿਣਾ, ਕੇਂਦਰ ਸਰਕਾਰ ਦਾ ਚੁੱਪ ਰਹਿਣਾ ਤੇ ਹਜੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੋਈ ਉੱਤੇ ਬਿਆਨ ਨਾ ਦੇਣਾ। ਜੇ ਬਿਆਨ ਦਿੱਤਾ ਹੀ ਆ ਤਾਂ ਉਹਨੂੰ ਰਲਗੱਡ ਕਰਕੇ ਦੂਸਰੀਆਂ ਸਟੇਟਾਂ ਦੇ ਨਾਲ ਲਾ ਕੇ ਇੱਕ ਹਿਸਾਬ ਨਾਲ ਉਹ ਇੱਕ ਸਿਆਸੀ ਬਿਆਨ ਸੀ, ਨਾ ਕਿ ਉਹਨਾਂ ਔਰਤਾਂ ਦੇ ਨਾਲ ਹਮਦਰਦੀ ਭਰਿਆ ਜਿਹੜਾ ਬਿਆਨ ਸੀਗਾ। ਜਦੋਂ ਜਿਹੜੇ ਦੇਸ਼ ਦੇ ਸ਼ਾਸਕ ਨੇ, ਜਿਹੜੇ ਦੇਸ਼ ਦੇ ਹਾਕਮ ਨੇ ਇਸ ਤਰ੍ਹਾਂ ਚੱਲਣਗੇ ਤਾਂ ਫਿਰ ਨਿਆਂ ਦੀ ਜਿਹੜੀ ਉਮੀਦ ਆ ਲੋਕਾਂ ਦੇ ਵਿੱਚ ਘਟ ਜਾਂਦੀ ਆ ਵੀ ਸ਼ਾਇਦ ਉਹਨਾਂ ਨੂੰ ਜਿਹੜਾ ਨਿਆਂ ਨਹੀਂ ਮਿਲੂਗਾ। ਇਸੇ ਕਰਕੇ ਹੀ ਫਿਰ ਜਿਹੜਾ ਵਿਦਰੋਹ ਆ ਉਹ ਸ਼ੁਰੂ ਹੁੰਦਾ ਤੇ ਜਿਹੜੇ ਵਿਦਰੋਹ ਨੇ ਫਿਰ ਕਈ ਵਾਰ ਇਹ ਗਲਤ ਪਾਸੇ ਨੂੰ ਵੀ ਚਲੇ ਜਾਂਦੇ ਨੇ। ਇਸ ਵੇਲੇ ਸੰਸਦ ਦੇ ਬਾਹਰ ਕਈ ਐਸੇ ਸੰਸਦ ਨੇ ਜਿਹੜੇ ਕਿ ਧਰਨਾ ਦੇ ਕੇ ਬੈਠੇ ਹੋਏ ਨੇ, ਪਰ ਲਗਾਤਾਰ ਸਵਾਲ ਖੜਾ ਇਹ ਹੋ ਰਿਹਾ ਹੈ ਕਿ ਜਿਹੜੇ ਮਹਿਲਾ ਸੰਸਦ ਮੈਂਬਰ ਨੇ
ਉਹਨਾਂ ਦੇ ਵੱਲੋਂ ਤਾਂ ਔਰਤਾਂ ਦੇ ਹੱਕਾਂ ਦੀ ਆਵਾਜ਼ ਚੁੱਕੀ ਜਾਂਦੀ ਹੈ। ਕੋਈ ਛੋਟਾ ਜਿਹਾ ਜਾਨਵਰ ਵੀ ਜੇਕਰ ਕਹਿੰਦੇ ਬਿਮਾਰ ਵੀ ਪੈ ਜਾਂਦਾ ਨਾ, ਤੇ ਇਹ ਸੰਸਦ ਮੈਂਬਰ ਜਿਹੜੇ ਹੁੰਦੇ ਨੇ ਉੱਥੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ। ਪਰ ਔਰਤਾਂ ਦੇ ਨਾਲ ਐਸੀ ਜਾਨਵਰਾਂ ਵਰਗੀ ਹੈਵਾਨੀਅਤ ਹੋਈ ਹੈ। ਉਸ ਵੇਲੇ ਤੇ ਇਹਨਾਂ ਮਹਿਲਾ ਸੰਸਦ ਮੈਂਬਰਾਂ ਦਾ ਨਾ ਬੋਲਣਾ, ਚੁੱਪੀ ਸਾਧ ਰੱਖਣਾ ਵੱਡੇ ਸਵਾਲ ਖੜਾ ਕਰ ਰਿਹਾ। ਤੁਸੀਂ ਕੀ ਕਹਿੰਦੇ ਹੋ ਇਸ ਮਾਮਲੇ? ਬਿਲਕੁਲ ਜੀ, ਜੇ ਇਨਸਾਨੀਅਤ ਦੇ ਆਧਾਰ ਤੇ ਜਿਹੜੇ ਮਹਿਲਾ ਸੰਸਦ ਮੈਂਬਰ ਸੀ ਉਹਨਾਂ ਨੂੰ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ ਸੀ, ਸਾਹਮਣੇ ਆਉਣਾ ਚਾਹੀਦਾ ਸੀਗਾ, ਉਹਨਾਂ ਔਰਤਾਂ ਦੇ ਹੱਕ ਦੇ ਵਿੱਚ ਨਿੱਤਰਨਾ ਚਾਹੀਦਾ ਸੀਗਾ ਤੇ ਪਾਰਲੀਮੈਂਟ ਦੇ ਵਿੱਚ ਇਹਦੇ ਵਾਸਤੇ ਪ੍ਰਧਾਨ ਮੰਤਰੀ ਨੂੰ ਵੀ ਬਿਆਨ ਦੇਣ ਦੀ ਲੋੜ ਸੀ। ਹੁਣ ਜੇ ਵਿਰੋਧੀ ਪਾਰਟੀਆਂ ਇਹ ਕੋਸ਼ਿਸ਼ ਕਰ ਰਹੀਆਂ ਕਿ ਉੱਥੇ ਜਿਹੜਾ ਬੇਭਰੋਸਗੀ ਦਾ ਮਤਾ ਲਿਆਂਦਾ ਜਾਵੇ ਤੇ ਫੇਰ ਹੀ ਸ਼ਾਇਦ ਪ੍ਰਧਾਨ ਮੰਤਰੀ ਆ ਕੇ ਇਸ ਮਸਲੇ ਤੇ ਆ ਕੇ ਬਿਆਨ ਦੇਵੇ। ਇਹੋ ਜਿਹੇ ਹਾਲਾਤ ਜਿਹੜੇ ਆ, ਕਿਉਂਕਿ ਬੀਜੇਪੀ ਦੀ ਇਸ ਵੇਲੇ ਬਹੁਤ ਗਿਣਤੀ ਆ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ, ਤੇ ਉਹਨਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਵਰਤੀਰਾ ਵਾ ਨਹੀਂ ਕਰਨਾ ਚਾਹੀਦਾ, ਕਿਉਂਕਿ ਦੇਸ਼ ਦਾ ਮਸਲਾ ਵਾ, ਦੇਸ਼ ਦੀਆਂ ਔਰਤਾਂ ਦਾ ਮਸਲਾ ਵਾ। ਇਹਦੇ ਨਾਲ ਜਿਹੜੀ ਅਸ਼ਾਂਤੀ ਜਿਹੜੀ ਆ ਸਮਾਜ ਦੇ ਵਿੱਚ ਫੈਲਦੀ ਆ, ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਤੇ ਜੇ ਸਾਰੇ ਸੰਸਦ ਮੈਂਬਰ ਇਨਸਾਨੀਅਤ ਦੇ ਤੌਰ ਤੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣ ਪਾਰਟੀ ਬਾਈ ਤੋਂ ਉੱਪਰ ਉੱਠ ਕੇ, ਤੇ ਮੈਨੂੰ ਲੱਗਦਾ ਵੀ ਫਿਰ ਇਹੋ ਜਿਹੇ ਮਸਲੇ ਬੜੇ ਛੇਤੀ ਹੱਲ ਹੋ ਜਾਂਦੇ ਨੇ। ਤੇ ਇਹੋ ਜਿਹੇ ਮਸਲੇ ਸ਼ਾਇਦ ਵਾਪਰਨ ਵੀ ਨਾ ਜੇ ਸਾਡੇ ਜਿਹੜੇ ਸਿਆਸਤਦਾਨ ਆ ਇੰਨਾ ਉੱਚਾ ਜੇ ਸੋਚਣਾ ਸ਼ੁਰੂ ਕਰ ਦਿੰਦੇ। ਜੀ, ਮਨੀਪੁਰ ਦੇ ਵਿੱਚ 3 ਮਈ ਨੂੰ ਇਹ ਸਾਰੀ ਹਿੰਸਾ ਸ਼ੁਰੂ ਹੋਈ ਸੀਗੀ। ਉਸ ਵੇਲੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਤਾਂ ਇਹਨਾਂ ਸਭ ਘਟਨਾਵਾਂ ਦੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗ ਪਾਇਆ। ਹੁਣ ਦੁਬਾਰਾ ਤੋਂ ਬਹਾਲ ਹੋਈਆਂ ਨੇ ਇੰਟਰਨੈਟ ਸੇਵਾਵਾਂ ਤਾਂ ਇਹਨਾਂ ਸਾਰੀਆਂ ਘਟਨਾਵਾਂ ਦੇ ਬਾਰੇ ਪਤਾ ਲੱਗ ਰਿਹਾ। ਸਾਰੇ ਜੋ ਔਰਤਾਂ ਦੇ ਖਿਲਾਫ ਜ਼ੁਲਮ ਹੋਏ ਸਨ, ਇੱਥੋਂ ਤੱਕ ਕਿ ਨੌਜਵਾਨਾਂ ਨੂੰ ਵੀ ਇਹਨਾਂ ਜਿਹੜੀ ਹੈ ਹੈਵਾਨੀਅਤ ਦਾ ਸ਼ਿਕਾਰ ਬਣਾਇਆ ਗਿਆ ਸੀ। ਇਸ ਸਾਰੇ ਮੌਕੇ ਤੇ ਉੱਥੋਂ ਦੇ ਸੀਐਮ ਦਾ ਚੁੱਪ ਰਹਿਣਾ, ਕੋਈ ਪੁਖਤਾ ਕਦਮ ਨਾ ਚੁੱਕਣਾ ਕਿਸ ਹੱਦ ਤੱਕ ਸਹੀ ਹੈ, ਜਾਂ ਫਿਰ ਉਹਨਾਂ ਦੀ ਜੋ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਕਿ ਨਹੀਂ ਪੂਰੀ ਹੋਣੀ ਚਾਹੀਦੀ? ਬਿਲਕੁਲ ਪੂਰੀ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜਾ ਮੁੱਖ ਮੰਤਰੀ ਆ ਉੱਥੋਂ ਦਾ ਜ਼ਿੰਮੇਵਾਰ ਆ। ਤੇ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਜੇ ਸਮੇਂ ਸਿਰ ਜੇ ਪ੍ਰਸ਼ਾਸਨ ਆ ਜਾਂ ਜਿਹੜੇ ਸਾਡੇ ਰਾਜਨੇਤਾ ਨੇ ਉਹ ਸਮੇਂ ਸਿਰ ਹਰਕਤ ਦੇ ਵਿੱਚ ਆ ਜਾਣ ਤੇ ਜਿਹੜੀਆਂ ਅਜਿਹੀਆਂ ਘਟਨਾਵਾਂ ਨੇ ਉਹ ਰੋਕੀਆਂ ਜਾ ਸਕਦੀਆਂ। ਇਹ ਨਹੀਂ ਹੁੰਦਾ ਵੀ ਇਹ ਘਟਨਾਵਾਂ ਰੁਕ ਨਹੀਂ ਸਕਦੀਆਂ ਹੈਗੀਆਂ। ਬੜੀਆਂ ਦੇਸ਼ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ। 84 ਵੇਲੇ ਜਿਹੜੇ ਦਿੱਲੀ ਦੇ ਦੰਗੇ ਵਾਪਰੇ ਜੀ, ਉਦੋਂ ਵੀ ਪ੍ਰਸ਼ਾਸਨ ਆ ਜਿਹੜਾ ਸਾਰੇ ਸਿਆਸੀ ਨੇਤਾ ਵਾ ਸਮੇਂ ਸਿਰ ਕਾਰਵਾਈ ਕਰਦੇ ਤੇ ਉਹ ਘਟਨਾਵਾਂ ਨਹੀਂ ਸੀ ਵਾਪਰਨੀਆਂ। ਇਸੇ ਤਰ੍ਹਾਂ ਹੀ ਮਨੀਪੁਰ ਦੇ ਵਿੱਚ ਵੀ ਜੇ ਸਮੇਂ ਸਿਰ ਮੁੱਖ ਮੰਤਰੀ ਹਰਕਤ ਦੇ ਵਿੱਚ ਆਉਂਦੇ, ਕਿਉਂਕਿ ਰਿਪੋਰਟਾਂ ਤਾਂ ਸਾਰੀਆਂ ਆ ਜਾਂਦੀਆਂ, ਉਹਨਾਂ ਦੀ ਪੁਲਿਸ ਆ, ਸਾਰਾ ਮਿੰਟ ਦੀ ਉਹਨਾਂ ਦੇ ਕੋਲੇ ਕਾਰਵਾਈ ਜਿਹੜੀ ਆ ਰਿਪੋਰਟ ਆ ਪਹੁੰਚਦੀ ਹੁੰਦੀ ਆ। ਤੇ ਜਦੋਂ ਜਿਹੜੀ ਬਹੁ ਗਿਣਤੀ ਆ, ਜਦੋਂ ਘੱਟ ਗਿਣਤੀ ਤੇ ਅਜਿਹੇ ਅਤਿਆਚਾਰ ਕਰੂਗੀ ਤਾਂ ਫਿਰ ਆਪਾਂ ਦੇਸ਼ ਨੂੰ ਆਪਾਂ ਧਰਮ ਨਿਰਪੱਖ ਦੇਸ਼ ਤਾਂ ਨਹੀਂ ਕਹਿ ਸਕਦੇ। ਤੇ ਇਸੇ ਕਰਕੇ ਹੀ ਇਹ ਜਿਹੜੀ ਆ ਬਹੁ ਗਿਣਤੀ ਨੂੰ ਮੌਕਾ ਮਿਲ ਜਾਂਦਾ ਵਾ ਵੀ ਸਾਡੇ ਤੇ ਕਿਹੜਾ ਕੋਈ ਕਾਰਵਾਈ ਹੋਣੀ ਆ, ਸਾਡਾ ਹੀ ਪੁਲਿਸ ਆ ਤੇ ਸਾਡਾ ਪ੍ਰਸ਼ਾਸਨ ਆ ਤੇ ਸਾਡਾ ਉਹਨਾਂ ਸਾਥ ਦੇਣਾ। ਤੇ ਜਿਹੜਾ ਬਹੁ ਗਿਣਤੀ ਵਾਲਾ ਫਿਰਕਾ ਵਾ ਉਹਨੂੰ ਇਸ ਤਰ੍ਹਾਂ ਦੀ ਜਿਹੜੀ ਆ ਕਾਰਵਾਈ ਨਹੀਂ ਸੀ ਕਰਨੀ ਚਾਹੀਦੀ। ਜਿਹੜੀ ਪ੍ਰਸ਼ਾਸਨ ਨੂੰ ਉਹਨਾਂ ਦਾ ਸਾਥ ਜਿਹੜਾ ਵਾ ਨਹੀਂ ਦੇਣਾ ਚਾਹੀਦਾ ਸੀਗਾ ਤੇ ਕੇਂਦਰ ਸਰਕਾਰ ਨੂੰ ਵੀ ਤੁਰੰਤ ਹਰਕਤ ਦੇ ਵਿੱਚ ਆਉਣਾ ਚਾਹੀਦਾ ਸੀਗਾ। ਇਹਨਾਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣਾ ਚਾਹੀਦਾ ਸੀਗਾ। ਹੁਣ ਤਾਂ ਮੌਕਾ ਲੰਘ ਚੁੱਕਿਆ, ਘਟਨਾਵਾਂ ਵਾਪਰ ਚੁੱਕੀਆਂ ਨੇ। ਹੁਣ ਜਦੋਂ ਇੰਟਰਨੈਟ ਸ਼ੁਰੂ ਹੋਇਆ ਤੇ ਹੋਰ ਵੀ ਕਈ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤੇ ਹਜੇ ਕੋਈ ਪਤਾ ਨਹੀਂ ਵੀ ਉੱਥੇ ਕਿਹੋ ਜਿਹੀਆਂ ਹੋਰ ਵੀ ਜਿਹੜੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਜਿਹੜੀਆਂ ਦੂਰ ਦਰਾਡੇ ਇਲਾਕਿਆਂ ਦੇ ਵਿੱਚ। ਤੇ ਕਈ ਵਾਰ ਇਹ ਹੁੰਦਾ ਵੀ ਉਸ ਵੇਲੇ ਚਲੋ ਜੇ ਕੋਈ ਵੀਡੀਓ ਰਿਕਾਰਡਿੰਗ ਹੋ ਗਈ ਤੇ ਕਈ ਵਾਰ ਸਾਰਿਆਂ ਦੀ ਰਿਕਾਰਡਿੰਗ ਵੀ ਨਹੀਂ ਹੁੰਦੀ, ਘਟਨਾ ਵਾਪਰੀਆਂ ਹੁੰਦੀਆਂ ਤੇ ਉਹਨਾਂ ਨੂੰ ਵੀ ਜੇ ਕੋਈ ਹੋਰ ਵੀ ਵਧੀਕੀ ਹੋਈ ਆ ਤੇ ਉਹਨਾਂ ਨੂੰ ਵੀ ਜਿਹੜਾ ਇਨਸਾਫ ਮਿਲਣਾ ਚਾਹੀਦਾ। ਤੇ ਜਿਹੜਾ ਕਿਸੇ ਵੀ ਸਟੇਟ 'ਚ ਅਜਿਹੀ ਘਟਨਾ ਵਾਪਰਦੀ ਆ ਤੇ ਮੁੱਖ ਮੰਤਰੀ ਜ਼ਿੰਮੇਵਾਰ ਹੁੰਦਾ ਤੇ ਚੁੱਪ ਕਰਕੇ ਬੈਠਾ ਹੋਇਆ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੀ ਜਿਹੜੇ ਗੁਨਾਹ ਜਿਨ੍ਹਾਂ ਨੇ ਕੀਤਾ ਵਾ ਉਹਨਾਂ ਨੂੰ ਸ਼ਹਿ ਆ। ਇਸੇ ਕਰਕੇ ਇੰਨੇ ਦਿਨ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ। ਇੰਨਾ ਲੰਮਾ ਸਮਾਂ ਜਿਹੜਾ ਵਾ ਇਹ ਮਸਲੇ ਦਬਾ ਕੇ ਰੱਖੇ ਗਏ ਆ। ਉਹਦੇ ਵਾਸਤੇ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਆ, ਰਾਜ ਸਰਕਾਰ ਵੀ ਜ਼ਿੰਮੇਵਾਰ ਆ ਤੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਆ ਪਛਾਣਨੀ ਚਾਹੀਦੀ ਆ। ਤੇ ਹੁਣ ਜਦੋਂ ਲੋਕਾਂ ਦੀ ਮੰਗ ਆ, ਸੰਸਦ ਦੇ ਵਿੱਚ ਵੀ ਸੰਸਦ ਦੇ ਬਾਹਰ ਵੀ ਹਰੇਕ ਦੇਸ਼ ਦੀ ਜਿਹੜੀ ਸਟੇਟ ਦੀ ਰਾਜਧਾਨੀ ਦੇ ਵਿੱਚ ਆਵਾਜ਼ ਉਠਾਈ ਜਾ ਰਹੀ ਆ। ਹਿੰਸਾ ਜਿਹੜੀ ਉੱਥੇ ਹੋਈ ਆ ਉਹਦੇ ਵਿਰੋਧ ਦੇ ਵਿੱਚ, ਜਿਹੜਾ ਜ਼ੁਲਮ ਹੋਇਆ ਵਾ ਉਹਦੇ ਵਿਰੋਧ ਦੇ ਵਿੱਚ। ਤੇ ਸਰਕਾਰਾਂ ਨੂੰ ਗੱਲ ਸੁਣਨੀ ਚਾਹੀਦੀ ਆ ਜਦੋਂ ਇੰਨੀ ਜਨਤਾ ਮੰਗ ਕਰ ਰਹੀ ਆ। ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ
ਤੇ ਜਿਹੜੇ ਰਾਜਨੇਤਾ ਵਾ, ਜਿਹੜੇ ਅਫਸਰ ਜ਼ਿੰਮੇਵਾਰ ਨੇ, ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਜੇ ਪੁਲਿਸ ਦੇ ਕੋਲੋਂ ਔਰਤਾਂ ਨੂੰ ਲੈ ਕੇ ਗਏ ਨੇ ਤੇ ਜਿਹੜੇ ਜ਼ਿੰਮੇਵਾਰ ਮੁਲਾਜ਼ਮ ਨੇ ਉਹਨਾਂ ਤੇ ਵੀ ਕਾਰਵਾਈ ਹੋਵੇ। ਜੇ ਸਿਆਸਤਦਾਨ ਜਿਨ੍ਹਾਂ ਨੇ ਉਹਨਾਂ ਨੂੰ ਸ਼ਹਿ ਦਿੱਤੀ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਮੁੱਖ ਮੰਤਰੀ ਜ਼ਿੰਮੇਵਾਰ ਆ, ਜ਼ਰੂਰ ਅਸਤੀਫਾ ਦੇਣਾ ਚਾਹੀਦਾ। ਨੈਤਿਕ ਆਧਾਰ ਤੇ ਉਹਨਾਂ ਦਾ ਅਸਤੀਫਾ ਵਾਹਿਦ ਦੇਣਾ ਚਾਹੀਦਾ ਵੀ ਏਡੀਆਂ ਵੱਡੀਆਂ ਜਿਹੜੀਆਂ ਘਟਨਾਵਾਂ ਉੱਥੇ ਵਾਪਰ ਚੁੱਕੀਆਂ ਨੇ। ਜੀ, ਪੁਲਿਸ ਵਾਲਿਆਂ ਦੀ ਤੁਸੀਂ ਗੱਲ ਕੀਤੀ ਹੈ, ਵੱਡਾ ਸਵਾਲ ਹੁਣ ਕਾਨੂੰਨ ਵਿਵਸਥਾ ਤੇ ਹੀ ਆ ਰਿਹਾ, ਕਿਉਂਕਿ ਦੇਸ਼ ਦੇ ਵਿੱਚ ਅਸੀਂ ਦੇਖਿਆ ਕਿ ਔਰਤਾਂ ਦੀ ਸੁਰੱਖਿਆ ਦੇ ਲਈ ਇੰਨੇ ਸਾਰੇ ਕਾਨੂੰਨ ਬਣੇ ਨੇ। ਬਲਾਤਕਾਰ ਦੀ ਐਸੀ ਕੋਈ ਘਟਨਾ ਹੋ ਜਾਂਦੀ ਹੈ, ਬੱਚੀਆਂ ਜੇਕਰ ਐਸੀ ਕੋਈ ਘਟਨਾ ਦਾ ਸ਼ਿਕਾਰ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਕਈ ਐਕਟ ਦੇ ਤਹਿਤ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਪਰ ਮਨੀਪੁਰ ਦੇ ਵਿੱਚ ਜਦੋਂ ਐਸੀ ਘਟਨਾ ਵਾਪਰੀ ਹੈ, ਕਈ ਸਮਾਂ ਜਿਹੜਾ ਹੈ, ਕਈ ਦਿਨਾਂ ਦਾ ਸਮਾਂ ਲਿਆ ਗਿਆ, ਦੋਸ਼ੀ ਫੜੇ ਗਏ ਨੇ, ਹਾਲੇ ਤੱਕ ਉਹਨਾਂ ਦੀ ਸਜ਼ਾ ਦਾ ਇੰਤਜ਼ਾਮ ਨਹੀਂ ਕੀਤਾ ਗਿਆ। ਸੋ ਕਾਨੂੰਨ ਵਿਵਸਥਾ ਇਸ ਵੇਲੇ ਮਨੀਪੁਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਹੈ? ਦੇਖੋ ਜੀ, ਜੇ ਪੁਲਿਸ ਇੰਨੀ ਖੋਲ੍ਹ ਨਾ ਦਿੰਦੀ ਤਾਂ ਇੰਨੀਆਂ ਘਟਨਾਵਾਂ ਵਾਪਰਨੀਆਂ ਨਹੀਂ ਸੀ, ਕਿਉਂਕਿ ਪੁਲਿਸ ਨੇ ਕਾਰਵਾਈ ਕਰਨੀ ਸੀ, ਮੌਕੇ ਮੁਤਾਬਕ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੁੰਦਾ। ਜੇ ਦੰਗਾ ਕਿਤੇ ਹੋ ਰਿਹਾ ਤਾਂ ਉਹਨਾਂ ਨੂੰ ਕੰਟਰੋਲ ਕਰਨਾ ਹੁੰਦਾ। ਇਹ ਸਾਰਾ ਕੁਝ ਜੋ ਕੁਝ ਵੀ ਹੋਇਆ ਵਾ, ਇਹ ਉੱਥੋਂ ਦੀ ਜਿਹੜੀ ਇੱਕ ਹਿਸਾਬ ਨਾਲ ਪ੍ਰਸ਼ਾਸਨ ਨੇ ਚੁੱਪ ਸਾਧ ਲਈ, ਉਹਨਾਂ ਦੇ ਅੱਖਾਂ ਦੇ ਸਾਹਮਣੇ ਹੋਇਆ ਵਾ। ਇਹ ਵੀ ਘਟਨਾਵਾਂ ਉਹਨਾਂ ਦੇ ਅੱਖਾਂ ਦੇ ਸਾਹਮਣੇ ਵਾਪਰੀਆਂ ਨੇ ਤੇ ਜੇ ਮੌਕੇ ਤੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਤਾਂ ਇਹ ਤਾਂ ਏਡੀਆਂ ਖਤਰਨਾਕ ਘਟਨਾਵਾਂ ਵਾਪਰ ਗਈਆਂ ਨੇ। ਜੇ ਪ੍ਰਸ਼ਾਸਨ ਤੁਹਾਡੀ ਪੁਲਿਸ ਸੀ ਸਮੇਂ ਸਿਰ ਕਾਰਵਾਈ ਕਰਦੀ ਤਾਂ ਇਹ ਘਟਨਾਵਾਂ ਕਦੀ ਵਾਪਰ ਹੀ ਨਹੀਂ ਸਕਦੀਆਂ। ਬੜਾ ਵੱਡਾ ਸਵਾਲ ਤੁਹਾਡੀ ਜਿਹੜਾ ਪੁਲਿਸ ਮਹਿਕਮਾ ਵਾ ਉਹਨਾਂ ਤੇ ਆ ਤੇ ਸਾਡੇ ਰਾਜਨੇਤਾਵਾਂ ਤੇ ਆ ਕਿ ਸਾਡੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹਿੰਸਾ ਹੋ ਰਹੀ ਹੈ, ਕਿਸ ਤਰ੍ਹਾਂ ਜਿਹੜਾ ਔਰਤਾਂ ਦੇ ਨਾਲ ਇੰਨੀ ਦਰਿੰਦਗੀ ਵਾਲਾ ਜਿਹੜਾ ਵਿਹਾਰ ਆ ਹੋਇਆ। ਤੇ ਪਰ ਸਾਡੀ ਜਿਹੜੀ ਸਾਰਾ ਢਾਂਚਾ ਸੀਗਾ ਉਹ ਹਜੇ ਤੱਕ ਚੁੱਪ ਰਿਹਾ। ਜੇ ਘਟਨਾਵਾਂ ਸਾਹਮਣੇ ਆਉਂਦੀਆਂ, ਵੀਡੀਓ ਵਾਇਰਲ ਨਾ ਹੁੰਦੀਆਂ ਤਾਂ ਇਹ ਸੱਚ ਸਾਹਮਣੇ ਨਹੀਂ ਸੀ ਆਉਣਾ ਤੇ ਕਿਸੇ ਨੇ ਇਹ ਗੱਲ 'ਚ ਅੱਗੇ ਲਿਆਉਣੀ ਨਹੀਂ ਸੀ, ਕਿਉਂਕਿ ਸਿਆਸਤਦਾਨ ਤਾਂ ਇਸ ਗੱਲ ਨੂੰ ਹਜੇ ਵੀ ਜਿਹੜੇ ਉਹ ਉੱਤੇ ਪਰਦਾ ਪਾਉਣਾ ਚਾਹੁੰਦੇ ਆ। ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸਾਡੇ ਦੇਸ਼ ਦੇ ਵਾਸਤੇ ਖਤਰਨਾਕ ਆ। ਜੀ, ਆਉਣ ਵਾਲੇ ਸਮੇਂ ਦੇ ਵਿੱਚ ਐਸੇ ਕੀ ਇੰਤਜ਼ਾਮ ਕੀਤੇ ਜਾ ਸਕਦੇ ਨੇ ਕਿ ਮਨੀਪੁਰ ਵਰਗਾ ਕੋਈ ਹੋਰ ਸੂਬਾ ਨਾ ਬਣ ਜਾਏ ਜਾਂ ਮਨੀਪੁਰ ਵਰਗੇ ਹਾਲਾਤ ਕਿਸੇ ਹੋਰ ਸੂਬੇ ਦੇ ਵਿੱਚ ਨਾ ਬਣਨ? ਇਹ ਤਾਂ ਵੇਖੋ ਜੀ, ਜਿਹੜੀ ਕਾਨੂੰਨ ਆ ਉਹਨੂੰ ਲਾਗੂ ਕਰਨ ਵਾਲੀਆਂ ਜਿਹੜੀਆਂ ਸਾਡੀਆਂ ਸ਼ਕਤੀਆਂ ਨੇ ਉਹਨਾਂ ਦੇ ਵਿੱਚ ਇਹੋ ਜਿਹੇ ਤਬਦੀਲੀਆਂ ਹੋਣੀਆਂ ਚਾਹੀਦੀਆਂ ਕਿ ਤੁਰੰਤ ਜਿਹੜੀਆਂ ਹਰਕਤ ਦੇ ਵਿੱਚ ਆਉਣ। ਉਹ ਕਿਸੇ ਦੇ ਵੀ ਤਰ੍ਹਾਂ ਦੇ ਨਾਲ ਕਿਸੇ ਦੇ ਨਾਲ ਵੀ ਜਿਹੜੀ ਹਮਦਰਦੀ ਨਾ ਕਰਨ ਜਾਂ ਕਿਸੇ ਨੂੰ ਖੋਲ੍ਹ ਨਾ ਦੇਣ। ਜਦੋਂ ਖੁੱਲ੍ਹੀ ਛੁੱਟੀ ਦਿੰਦੀ ਆ ਪ੍ਰਸ਼ਾਸਨ ਸਾਡਾ ਤੇ ਤਾਂ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਜੇ ਖੁੱਲ੍ਹੀ ਛੁੱਟੀ ਨਾ ਦੇਵੇ ਤੇ ਇਹ ਘਟਨਾਵਾਂ ਜਿਹੜੀਆਂ ਨਹੀਂ ਵਾਪਰ ਸਕਦੀਆਂ ਹੈਗੀਆਂ। ਹਾਂ, ਹੋਰ ਵੀ ਮਸਲੇ ਨੇ, ਹੋਰ ਵੀ ਸਟੇਟਾਂ ਦੇ ਵਿੱਚ ਮਸਲੇ ਨੇ, ਜਿਵੇਂ ਰਾਜਸਥਾਨ ਦੀ ਗੱਲ ਕੀਤੀ ਜਾ ਰਹੀ ਆ, ਬੰਗਾਲ ਦੀ ਗੱਲ ਕੀਤੀ ਜਾ ਰਹੀ ਹੈ। ਕਿਸੇ ਵੀ ਸਟੇਟ ਦੇ ਵਿੱਚ ਅਜਿਹੀ ਘਟਨਾ ਵਾਪਰਦੀ ਆ ਤੇ ਉਹ ਅਤੀ ਨਿੰਦਣਯੋਗ ਆ ਤੇ ਪ੍ਰਸ਼ਾਸਨ ਨੂੰ ਸਮੇਂ ਸਿਰ ਹਰਕਤ ਦੇ ਵਿੱਚ ਆ ਕੇ ਤੇ ਇਹ ਜਿਹੜੀਆਂ ਅਜਿਹੀਆਂ ਘਟਨਾਵਾਂ ਨੇ ਉਹ ਵਾਪਰਨ ਤੋਂ ਰੋਕਣੀਆਂ ਚਾਹੀਦੀਆਂ, ਤਾਂ ਕਿ ਜਿਹੜਾ ਸਾਡਾ ਸੱਭਿਅਤ ਸਮਾਜ ਆ ਉਹਦੇ ਦੇ ਉੱਤੇ ਇੱਕ ਹਿਸਾਬ ਦਾ ਕਲੰਕ ਨਾ ਲੱਗੇ। ਬਿਲਕੁਲ ਜੀ, ਮਨੀਪੁਰ ਦੇ ਵਿੱਚ ਐਸੇ ਹੁਣ ਤੱਕ ਹਾਲਾਤ ਬਣ ਚੁੱਕੇ ਨੇ ਕਿ ਨਾ ਤਾਂ ਕਾਨੂੰਨ ਵਿਵਸਥਾ ਉੱਥੇ ਕੰਮ ਆ ਰਹੀ ਹੈ, ਨਾ ਹੀ ਸਰਕਾਰ, ਨਾ ਹੀ ਕੇਂਦਰ ਸਰਕਾਰ ਦੇ ਵੱਲੋਂ ਐਸਾ ਕੋਈ ਪੁਖਤਾ ਕਦਮ ਚੁੱਕਿਆ ਜਾ ਰਿਹਾ ਕਿ ਇੱਥੋਂ ਦੇ ਹਾਲਾਤਾਂ ਨੂੰ ਦੁਬਾਰਾ ਤੋਂ ਸਥਿਰ ਕੀਤਾ ਜਾ ਸਕੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਐਸੇ ਇੰਤਜ਼ਾਮ ਕੀਤੇ ਜਾਂਦੇ ਨੇ ਕਿ ਮਨੀਪੁਰ ਦੁਬਾਰਾ ਤੋਂ ਆਪਣੀ ਖੂਬਸੂਰਤੀ ਜਿਹੜੀ ਹੈ ਉਸ ਨੂੰ ਬਰਕਰਾਰ ਰੱਖ ਪਾਏ, ਕਿ ਉਹਨਾਂ ਔਰਤਾਂ ਨੂੰ ਜਿਨ੍ਹਾਂ ਦੇ ਖਿਲਾਫ ਇੰਨੀ ਹੈਵਾਨੀਅਤ ਦਿਖਾਈ ਗਈ ਹੈ ਉਹਨਾਂ ਨੂੰ ਇਨਸਾਫ ਮਿਲਦਾ ਹੈ? ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਉਹਨਾਂ ਸਭ ਵਿਸ਼ਿਆਂ ਤੇ ਵੀ ਚਰਚਾ ਕਰਾਂਗੇ। ਤੁਸੀਂ ਬਣੇ ਰਹੋ ਦ ਟੀਵੀ NRI ਦੇ ਨਾਲ।